Hello everyone, I hope you all are fine today. And we are going to start our English grammar's first topic, that is the sentence. What is sentence? Sentence is the first part of speech that we learn in every class. Let's have its definition firstly. The sentence is a group of words which express complete thought. ਸੈਂਟੈਂਸ ਕੀ ਹੁੰਦਾ ਆ? ਗਰੁੱਪ ਆਫ ਵਰਡਸ ਹੁੰਦੇ ਆ ਜਿਹਦੇ ਵਿੱਚ ਆਪਾਂ ਨੂੰ ਇੱਕ ਲਾਈਨ ਦੇ ਵਿੱਚ ਹਰੇਕ ਲਾਈਨ ਦੇ ਦੁਆਰਾ ਆਪਾਂ ਨੂੰ ਇੱਕ ਕੰਪਲੀਟ ਮੀਨਿੰਗ ਦੱਸਿਆ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਕੀ ਸਿੱਖਦੇ ਹਾਂ? ਲੈਟਰਸ ABC। ਦੈਨ ਆਪਾਂ ਉਹਨਾਂ ਲੈਟਰਸ ਨੂੰ ਜੁਆਇਨ ਕਰਕੇ ਕੀ ਬਣਾਉਂਦੇ ਆ? ਵਰਡਸ ਲਾਈਕ ਐਪਲ। ਠੀਕ ਹੈ, ਇਹ ਕੀ ਆ? ਵਰਡ। ਫਿਰ ਆਪਾਂ ਇੱਦਾਂ ਹੀ ਬਹੁਤ ਸਾਰੇ ਗਰੁੱਪ ਆਫ ਵਰਡਸ ਨੂੰ ਯੂਜ਼ ਕਰਕੇ ਕੀ ਬਣਾਉਂਦੇ ਆ? ਸੈਂਟੈਂਸਿਸ। ਓਕੇ, ਸੋ ਸੈਂਟੈਂਸ ਕੀ ਹੁੰਦਾ ਹੈ? ਗਰੁੱਪ ਆਫ ਵਰਡ ਜਿਹਦੇ ਦੁਆਰਾ ਤੁਹਾਨੂੰ ਇੱਕ ਕੰਪਲੀਟ ਥੋਟ ਦਿੱਤਾ ਜਾਂਦਾ ਜਾਂ ਕੰਪਲੀਟ ਮੀਨਿੰਗ ਦੱਸਿਆ ਜਾਂਦਾ। ਇਹ ਸੈਂਟੈਂਸ ਸ਼ੁਰੂ ਕਿਵੇਂ ਹੁੰਦਾ ਆ? ਇਟ ਬਿਗਿਨਸ ਵਿਦ ਆ ਕੈਪੀਟਲ ਲੈਟਰ। ਹਰ ਇੱਕ ਸੈਂਟੈਂਸ ਨੂੰ ਜੇ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਅਕਸ਼ਰ ਕੀ ਹੁੰਦਾ ਹੈ? ਕੈਪੀਟਲ ਹੁੰਦਾ ਹੈ। ਇਹ ਸੈਂਟੈਂਸ ਦਾ ਫਸਟ ਲੈਟਰ ਕੀ ਆ? ਏ, ਅਤੇ ਉਹ ਵੀ ਕੀ ਆ? ਕੈਪੀਟਲ ਹੈ। ਓਕੇ, ਸੈਕਿੰਡ ਦੇਖੋ ਇਹਦੀ ਕੀ ਫੀਚਰ ਹੁੰਦੀ ਆ? ਇਟ ਐਂਡਸ ਵਿਦ ਅ ਫੁੱਲ ਸਟਾਪ, ਕੁਐਸਚਨ ਮਾਰਕ ਔਰ ਐਨ ਐਕਸਕਲਾਮੇਸ਼ਨ ਮਾਰਕ। ਅਤੇ ਉਹ ਐਂਡ ਕਿਹਦੇ ਨਾਲ ਹੁੰਦਾ ਆ? ਜਾਂ ਤਾਂ ਫੁੱਲ ਸਟਾਪ ਨਾਲ, ਯੂ ਕੈਨ ਸੀ ਹੇਅਰ ਇਜ਼ ਆਲਸੋ ਆ ਫੁੱਲ ਸਟਾਪ, ਜਾਂ ਕੁਐਸਚਨ ਮਾਰਕ ਨਾਲ, ਜਾਂ ਫਿਰ ਐਕਸਕਲਾਮੇਸ਼ਨ ਮਾਰਕ ਨਾਲ। ਇਹਨਾਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਇੱਕ ਚੀਜ਼ ਯੂਜ਼ ਜ਼ਰੂਰ ਕੀਤੀ ਹੋਊਗੀ। ਸਟਾਰਟ ਕਿਹਦੇ ਨਾਲ ਹੁੰਦਾ ਹੈ? ਕੈਪੀਟਲ ਲੈਟਰ ਨਾਲ। ਐਂਡ ਕਿਹਦੇ ਨਾਲ ਹੁੰਦਾ ਹੈ? ਫੁੱਲ ਸਟਾਪ, ਐਕਸਕਲਾਮੇਸ਼ਨ ਮਾਰਕ ਔਰ ਕੁਐਸਚਨ ਮਾਰਕ। ਉਸ ਤੋਂ ਬਾਅਦ ਇਹਦੇ ਫਰਦਰ 2 ਪਾਰਟਸ ਹੁੰਦੇ ਨੇਗੇ, ਸਬਜੈਕਟ ਐਂਡ ਪ੍ਰੈਡੀਕੇਟ। ਠੀਕ ਹੈ, ਇਹਦੇ ਅਸੈਂਸ਼ੀਅਲ ਪਾਰਟ ਨੇ। ਹਰੇਕ ਸੈਂਟੈਂਸ ਦੇ 2 ਹਿੱਸੇ ਹੋਣਗੇ। ਪਹਿਲਾ ਹੋਏਗਾ ਸਬਜੈਕਟ ਅਤੇ ਦੂਸਰਾ ਹੋਏਗਾ ਪ੍ਰੈਡੀਕੇਟ। ਓਕੇ, ਅਤੇ ਸਬਜੈਕਟ ਕੀ ਹੁੰਦਾ ਆ? ਇਹ ਸਬਜੈਕਟ ਇਜ਼ ਅ ਥਿੰਗ ਔਰ ਪਰਸਨ ਵੀ ਆਰ ਟੋਕਿੰਗ ਅਬਾਊਟ। ਠੀਕ ਹੈ, ਸੈਂਟੈਂਸ ਦੇ ਵਿੱਚ ਜਿਸ ਦੇ ਬਾਰੇ ਗੱਲ ਹੋ ਰਹੀ ਹੈ ਉਹ ਚੀਜ਼ ਕੀ ਹੋਏਗੀ? ਸਬਜੈਕਟ। ਇਹ ਕੋਈ ਸਿੰਗਲ ਵਰਡ ਵੀ ਹੋ ਸਕਦਾ ਹੈ ਜਾਂ ਫਿਰ ਮੈਨੀ ਵਰਡਸ ਵੀ ਹੋ ਸਕਦੇ ਨੇ। ਠੀਕ ਹੈ, ਨੈਕਸਟ ਕੀ ਆ? ਪ੍ਰੈਡੀਕੇਟ। ਪ੍ਰੈਡੀਕੇਟ ਇਜ਼ ਦਾ ਪਾਰਟ ਦੈਟ ਟੈਲਸ ਅਸ ਸਮਥਿੰਗ ਅਬਾਊਟ ਦਾ ਸਬਜੈਕਟ। ਇਹ ਕੀ ਆ? ਇੱਕ ਐਸਾ ਹਿੱਸਾ ਹੁੰਦਾ ਹੈ ਜਿਹੜਾ ਆਪਾਂ ਨੂੰ ਕੁਛ ਨਾ ਕੁਛ ਦੱਸਦਾ ਹੈ। ਕਿਹਦੇ ਬਾਰੇ? ਸਬਜੈਕਟ ਦੇ ਬਾਰੇ। ਜਿਹੜੀ ਚੀਜ਼ ਆਪਾਂ ਨੂੰ ਸਬਜੈਕਟ ਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰੇਗੀ ਉਹਨੂੰ ਆਪਾਂ ਕਹਾਂਗੇ ਪ੍ਰੈਡੀਕੇਟ। ਠੀਕ ਹੈ, ਅਤੇ ਇਹਦੇ ਵਿੱਚ ਕੀ ਹੁੰਦਾ ਹੈ? ਇੱਕ ਵਰਬ ਹਮੇਸ਼ਾ ਹੁੰਦੀ ਹੈ। ਆਪਾਂ ਐਗਜ਼ਾਮਪਲ ਲੈਂਦੇ ਹਾਂ, ਦ ਕਲਾਊਡਸ ਆਰ ਡਾਰਕ। ਕਲਾਊਡਸ ਕੀ ਆ? ਸਬਜੈਕਟ, ਅਤੇ ਆਰ ਡਾਰਕ ਕੀ ਆ? ਪ੍ਰੈਡੀਕੇਟ। ਓਕੇ, ਕਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ? ਬੱਦਲਾਂ ਬਾਰੇ। ਅਤੇ ਬੱਦਲਾਂ ਬਾਰੇ ਆਪਾਂ ਨੂੰ ਕੀ ਦੱਸਿਆ ਹੈ ਕਿ ਉਹ ਕੀ ਹਨ? ਕਾਲੇ ਨੇਗੇ, ਡਾਰਕ ਨੇਗੇ, ਗੂੜੇ ਨਹੀਂ ਕਹਿ ਸਕਦੇ ਹਾਂ। ਡਾਰਕ ਕੀ ਆ? ਇੱਕ ਵਰਬ। ਤੁਹਾਨੂੰ ਹੁਣੀ ਦੱਸਿਆ ਮੈਂ, ਹਰੇਕ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਹੁੰਦਾ, ਇੱਕ ਪ੍ਰੈਡੀਕੇਟ ਹੁੰਦਾ ਹੈ। ਸਬਜੈਕਟ ਜਿਹੜਾ ਹੈ ਉਹ ਸਿੰਗਲ ਵਰਡ ਹੋ ਸਕਦਾ ਹੈ, ਪ੍ਰੈਡੀਕੇਟ ਦੇ ਵਿੱਚ ਵਰਬ ਹੋਣਾ ਜ਼ਰੂਰੀ ਹੈ। ਨੈਕਸਟ ਐਗਜ਼ਾਮਪਲ, ਰੋਹਨ ਇਜ਼ ਸਲੀਪਿੰਗ ਇਨ ਹਿਜ਼ ਰੂਮ। ਰੋਹਨ ਕੀ ਆ? ਸਬਜੈਕਟ। ਇਜ਼ ਸਲੀਪਿੰਗ ਇਨ ਹਿਜ਼ ਰੂਮ ਕੀ ਆ? ਪ੍ਰੈਡੀਕੇਟ। ਓਕੇ, ਨੈਕਸਟ ਤੁਹਾਡੀ ਐਕਸਰਸਾਈਜ਼ ਹੈ, ਸਰਕਲ ਦਾ ਸਬਜੈਕਟ ਇਨ ਦੀਜ਼ ਸੈਂਟੈਂਸਿਸ। ਫਸਟ ਹੈ, ਧਿਆਨ ਚੰਦ ਵॉज ਅ ਫੇਮਸ ਹਾਕੀ ਪਲੇਅਰ। ਇਸ ਵਿੱਚ ਧਿਆਨ ਚੰਦ ਕੀ ਆ? ਸਬਜੈਕਟ ਹੈ। ਆਰ ਸਕੂਲ ਇਜ਼ ਵੈਰੀ ਓਲਡ। ਆਰ ਸਕੂਲ ਦੇ ਵਿੱਚ ਸਬਜੈਕਟ ਹੈ। ਅੰਜੂ ਲਵ ਦਾ ਸੀਨਰੀ। ਅੰਜੂ ਕੀ ਹੈ? ਸਬਜੈਕਟ ਹੈ। ਮਾਈ ਗ੍ਰੈਂਡ ਪੇਰੈਂਟਸ ਲਿਵ ਇਨ ਜੈਪੁਰ। ਇਹਦੇ ਵਿੱਚ ਮਾਈ ਗ੍ਰੈਂਡ ਪੇਰੈਂਟਸ ਕੀ ਆ? ਸਬਜੈਕਟ ਹੈ। ਓਕੇ, ਇਸ ਐਕਸਰਸਾਈਜ਼ ਤੋਂ ਬਾਅਦ ਨੈਕਸਟ ਹੈ ਅੰਡਰਲਾਈਨ ਦਾ ਪ੍ਰੈਡੀਕੇਟ। ਤੁਸੀਂ ਪ੍ਰੈਡੀਕੇਟ ਨੂੰ ਅੰਡਰਲਾਈਨ ਕਰਨਾ ਹੈ। ਠੀਕ ਹੈ, ਸਬਜੈਕਟ ਨੂੰ ਛੱਡ ਕੇ ਬਾਕੀ ਦੇ ਜਿਹੜਾ ਵੀ ਸੈਂਟੈਂਸ ਬਚਦਾ ਹੁੰਦਾ ਹੈ ਉਹਨੂੰ ਆਪਾਂ ਪ੍ਰੈਡੀਕੇਟ ਕਹਿੰਦੇ ਹਾਂ। ਦ ਡੋਡੋ ਇਜ਼ ਐਨ ਐਕਸਟਿੰਕਟ ਬਰਡ। ਠੀਕ ਹੈ, ਦਾ ਡੋਡੋ ਕੀ ਆ? ਸਬਜੈਕਟ, ਅਤੇ ਜਿਹੜਾ ਅੰਡਰਲਾਈਨ ਬਾਕੀ ਦਾ ਕੀਤਾ ਗਿਆ ਇਹ ਕੀ ਆ? ਪ੍ਰੈਡੀਕੇਟ। ਓਕੇ, ਨੈਕਸਟ ਦੇਖੋ, ਦ ਕਿਟਨਸ ਵਰ ਪਲੇਇੰਗ ਇਨ ਦਾ ਵਾਟਰ। ਦ ਕਿਟਨਸ ਕੀ ਆ? ਸਬਜੈਕਟ, ਐਂਡ ਵਰ ਪਲੇਇੰਗ ਇਨ ਦਾ ਵਾਟਰ ਕੀ ਆ? ਪ੍ਰੈਡੀਕੇਟ। ਓਕੇ, ਨੈਕਸਟ ਦੇਖੋ phrases। ठीक है, phrases is a group of words that make some sense but not complete sense। ठीक है, पहला ਆਪਾਂ ਜਦੋਂ ਸਬਜੈਕਟ ਦੀ ਡੈਫੀਨੇਸ਼ਨ ਸੈਂਟੈਂਸ ਦੀ ਡੈਫੀਨੇਸ਼ਨ ਪੜ੍ਹੀ ਆ ਉਦੋਂ ਆਪਾਂ ਕਿਹਾ ਹੈ ਕਿ ਜਿਹੜਾ ਤੁਹਾਨੂੰ ਕੰਪਲੀਟ ਸੈਂਸ ਦਿੰਦਾ ਹੈ ਉਹਨੂੰ ਆਪਾਂ ਸਬਜੈਕਟ ਕਹਿੰਦੇ ਹਾਂ। ਠੀਕ ਹੈ, ਹੁਣ ਜਿਹਦੇ ਵਿੱਚ ਥੋੜ੍ਹੀ ਜਿਹੀ ਗਰੁੱਪ ਆਫ ਵਰਡਸ ਹੋਣ ਲੇਕਿਨ ਉਹ ਤੁਹਾਨੂੰ ਕੰਪਲੀਟ ਸੈਂਸ ਨਾ ਦਿੰਦੇ ਹੋਣ ਤਾਂ ਉਹ ਕੀ ਹੋਏਗਾ? ਫਰੇਜ਼। ਓਕੇ, ਐਗਜ਼ਾਮਪਲਸ ਦੇਖੋ,
इन द मॉर्निंग एट द स्टेशन, ठीक है। ये दो एग्जाम्पल ਤੁਹਾਨੂੰ ਦਿੱਤੀਆਂ ਹੋਈਆਂ ਨੇ। इन द मॉर्निंग मतलब कि ਸਵੇਰ ਵਿੱਚ, ਠੀਕ ਹੈ। ਇਹ ਤਾਂ ਤੁਹਾਨੂੰ ਅੱਧੀ ਇਨਫੋਰਮੇਸ਼ਨ ਮਿਲ ਗਈ ਆ, ਪਰ ਪੂਰੀ ਸੈਂਸ ਤਾਂ ਨਹੀਂ ਸਮਝ ਆਈ ਕਿ ਸਵੇਰ 'ਚ ਹੋਇਆ ਕੀ ਆ ਜਾਂ ਕੀ ਨਹੀਂ ਹੋਇਆ। ਤਾਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਫਰੇਜ਼ਸ। ਨੈਕਸਟ ਕੀ ਆ, ਤੁਸੀਂ ਕਰੈਕਟ ਫਰੇਜ਼ 'ਤੇ ਟਿਕ ਕਰਨਾ ਹੈ। ਡੋਂਟ ਪੁੱਟ ਆਲ ਦ ਐਗਸ ਇਨ ਆ ਬਾਸਕਿਟ ਜਾਂ ਫਿਰ ਇਨ ਵਨ ਬਾਸਕਿਟ। ਇਹ ਦੋ ਜਿਹੜੀਆਂ ਫਰੇਜ਼ਸ ਦਿੱਤੀਆਂ ਹੋਈਆਂ ਇਹਨਾਂ 'ਚ ਤੁਸੀਂ ਕਿਸੇ ਇੱਕ 'ਤੇ ਟਿਕ ਲਾਉਣੀ ਸੀਗਾ, ਤਾਂ ਆਪਾਂ ਇਹਦੇ 'ਚੋਂ ਕਿਤੇ ਲਾਈ ਆ ਇਨ ਵਨ ਬਾਸਕਿਟ, ਕਿਉਂਕਿ ਸਾਰੇ ਐਗਸ ਨੂੰ ਇੱਕੋ ਬਾਸਕਿਟ ਦੇ ਵਿੱਚ ਨਹੀਂ ਪਾਉਣਾ ਚਾਹੀਦਾ। ਫਸਟ 'ਤੇ ਬ੍ਰੇਕਫਾਸਟ ਲਿਖਿਆ ਗਿਆ ਸੀ, ਉਹ ਕਿਹੜਾ ਕੀ ਆ, ਗਲਤ ਹੈ। ਇਹਦੇ ਨਾਲ ਦੀਆਂ ਨੀਚੇ ਵਾਲੀਆਂ ਬਾਕੀ ਦੀਆਂ ਸੈਂਟੈਂਸਿਸ ਨੂੰ ਤੁਸੀਂ ਖੁਦ ਸੋਲਵ ਕਰਨਾ ਹੈ। ਓਕੇ, ਨੈਕਸਟ ਦੇਖੋ, ਟਿਕ ਦਾ ਕਰੈਕਟ ਸਪੈਲਿੰਗਸ। ਇਹ 'ਚ ਤੁਸੀਂ ਕਰੈਕਟ ਸਪੈਲਿੰਗਸ 'ਤੇ ਟਿਕ ਲਗਾਉਣੀਆਂ ਨੇ। ਟੋਮ ਵਾਂਟਸ ਟੂ ਗੋ ਫॉर ਸਵਿਮਿੰਗ, ਇੱਥੇ ਸਵਿਮਿੰਗ ਦੇ ਵਿੱਚ ਸਿਰਫ ਸਿੰਗਲ ਐਮ ਪਾਈ ਗਈ ਆ, ਸੈਕਿੰਡ ਵਾਲੇ 'ਚ ਡਬਲ ਐਮ ਪਾਈ ਹੈ, ਅਤੇ ਡਬਲ ਐਮ ਵਾਲੀ ਸਵਿਮਿੰਗ ਜਿਹੜੀ ਆ ਉਹ ਸਹੀ ਹੈ। ਇਹਦੇ ਨਾਲ ਦੀਆਂ ਬਾਕੀ ਦੀਆਂ ਸੈਂਟੈਂਸਿਸ ਵੀ ਤੁਸੀਂ ਆਪਣੇ ਆਪ ਸੋਲਵ ਕਰਨੀ ਹੈ। ਨੈਕਸਟ ਹੈ ਵਰਡ ਪਾਵਰ। ਵਰਡ ਪਾਵਰ 'ਚ ਕੀ ਹੈ, ਇਨ ਦ ਗਰੁੱਪ ਆਫ ਵਰਡਸ ਗਿਵਨ ਬਿਲੋ ਵਨ ਇਜ਼ ਡਿਫਰੈਂਟ ਇਨ ਮੀਨਿੰਗ, ਕ੍ਰੋਸ ਦਿਸ ਵਰਡ ਆਊਟ। ਕਹਿੰਦੇ ਜਿੰਨੇ ਵੀ ਵਰਡਸ ਤੁਹਾਨੂੰ ਦਿੱਤੇ ਆ ਉਹਨਾਂ ਵਿੱਚੋਂ ਅੱਧਿਆਂ ਦਾ ਮੀਨਿੰਗ ਸੇਮ ਆ, ਲੇਕਿਨ ਇੱਕ ਦਾ ਮੀਨਿੰਗ ਕੀ ਆ, ਉਹ ਅਲੱਗ ਦਾ ਹੈ, ਉਹ 'ਤੇ ਤੁਸੀਂ ਕ੍ਰੋਸ ਲਾਉਣਾ ਹੈ। ਮੈਂ ਉਹਨੂੰ ਸਰਕਲ ਕੀਤਾ ਹੈ ਫॉर ਯੂਅਰ ਕਨਵੀਨੀਅੰਸ, ਠੀਕ ਹੈ। ਤਾਂ ਫਸਟ ਦੇਖੋ, ਹਿਊਜ, ਬਿਗ, ਲਾਰਜ, ਟਾਈਨੀ। ਇਹਨਾਂ ਦੇ ਵਿੱਚੋਂ ਹਿਊਜ, ਬਿਗ ਅਤੇ ਲਾਰਜ ਦਾ ਮੀਨਿੰਗ ਕੀ ਹੈ, ਵੱਡਾ। ਲੇਕਿਨ ਜਿਹੜਾ ਟਾਈਨੀ ਵਰਡ ਹੈ ਉਹਦਾ ਮੀਨਿੰਗ ਕੀ ਆ, ਛੋਟਾ। ਸੋ ਆਪਾਂ ਟਾਈਨੀ ਵਰਡ ਨੂੰ ਸਰਕਲ ਕੀਤਾ ਆ, ਠੀਕ ਹੈ। ਨੈਕਸਟ ਹੈ ਗਲੂਮਿੰਗ, ਚੀਅਰਫੁਲ, ਹੈਪੀ, ਜੋਇਫੁਲ। ਚੀਅਰਫੁਲ, ਹੈਪੀ ਐਂਡ ਜੋਇਫੁਲ ਦਾ ਮਤਲਬ ਕੀ ਹੈ, ਖੁਸ਼ ਹੋਣਾ, ਹੈਪੀ ਹੀ ਮੀਨਿੰਗ ਹੈ ਉਹਦਾ। ਗਲੂਮੀ ਕੀ ਆ, ਸੈਡ ਹੋਣਾ, ਇਸ ਲਈ ਆਪਾਂ ਗਲੂਮੀ ਨੂੰ ਸਰਕਲ ਕੀਤਾ ਆ। ਨੈਕਸਟ ਹੈ ਟਾਇਰਡ, ਵੀਰੀ, ਐਗਜ਼ੌਸਟ, ਐਨਰਜੈਟਿਕ, ਠੀਕ ਹੈ। ਪਹਿਲੇ ਤਿੰਨ ਵਰਡਸ ਦਾ ਮਤਲਬ ਹੈ ਥੱਕਿਆ ਹੋਇਆ ਮਹਿਸੂਸ ਕਰਨਾ। ਐਨਰਜੈਟਿਕ ਮਤਲਬ ਤੁਸੀਂ ਪੂਰੇ ਊਰਜਾ ਦੇ ਵਿੱਚ ਹੋ, ਇਸ ਕਰਕੇ ਆਪਾਂ ਐਨਰਜੈਟਿਕ ਵਰਡ ਨੂੰ ਸਰਕਲ ਕੀਤਾ ਹੈ। ਨੈਕਸਟ ਹੈ ਐਂਗਰ, ਰੇਜ, ਗਰੀਡ ਔਰ ਰੈਥ, ਠੀਕ ਹੈ। ਐਂਗਰ, ਰੇਜ, ਗਰੀਡ ਦਾ ਮਤਲਬ ਕੀ ਹੁੰਦਾ ਹੈ, ਗੁੱਸਾ, ਅਤੇ ਗਰੀਡ ਦਾ ਮਤਲਬ ਹੁੰਦਾ ਹੈ ਲਾਲਚ, ਇਸ ਕਰਕੇ ਇੱਥੇ ਗਰੀਡ ਨੂੰ ਸਰਕਲ ਕੀਤਾ ਗਿਆ। ਬ੍ਰਿਲੀਅੰਟ, ਐਕਸੀਲੈਂਟ, ਸੁਪਰ ਔਰ ਸ਼ੂਡੀ। ਬ੍ਰਿਲੀਅੰਟ, ਐਕਸੀਲੈਂਟ ਐਂਡ ਸੁਪਰ ਦਾ ਮਤਲਬ ਹੈ ਸ਼ਾਨਦਾਰ, ਅਤੇ ਸ਼ੂਡੀ ਦਾ ਮਤਲਬ ਹੈ ਜਿਹੜੀ ਚੀਜ਼ ਵਧੀਆ ਨਾ ਹੋਵੇ, ਇਸ ਕਰਕੇ ਸ਼ੂਡੀ ਨੂੰ ਸਰਕਲ ਕੀਤਾ ਗਿਆ। ਡਿਸਮੇ, ਸੌਰੋ, ਜੋਏ, ਡਿਸਅਪੋਇੰਟਮੈਂਟ। ਜੋਏ ਦਾ ਮਤਲਬ ਹੁੰਦਾ ਹੈ ਖੁਸ਼ ਹੋਣਾ, ਅਤੇ ਬਾਕੀ ਸਾਰਿਆਂ ਦਾ ਮਤਲਬ ਹੁੰਦਾ ਹੈ ਦੁਖੀ ਹੋਣਾ, ਇਸ ਕਰਕੇ ਜੋਏ ਨੂੰ ਸਰਕਲ ਕੀਤਾ ਗਿਆ। ਓਕੇ, ਤੁਸੀਂ ਇਹ ਸਾਰੀ ਐਕਸਰਸਾਈਜ਼ ਨੂੰ ਆਪਣੀ ਟੈਕਸਟ ਬੁੱਕ ਦੇ ਉੱਪਰ ਸੋਲਵ ਕਰਨਾ ਆ, ਅਤੇ ਪ੍ਰੈਕਟਿਸ ਵੀ ਕਰਨਾ ਹੈ, ਤਾਂ ਕਿ ਤੁਹਾਨੂੰ ਇਹ ਸਾਰੇ ਆਪਣੇ ਆਪ ਸੋਲਵ ਕਰਨੇ ਆ ਜਾਣ। ਸੋ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ lecture।